ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ। ਮੇਰਾ ਦਿਓਰ ਭੱਜ ਕੇ ਮੇਰਾ ਸਾਰਾ ਕੰਮ ਕਰਦਾ ਤੇ ਮੈਂ ਵੀ ਉਸਨੂੰ ਖੁਸ਼ ਰੱਖਦੀ। ਇੱਕ ਦਿਨ ਜਦੋਂ ਮੈਂ ਉਸਨੂੰ ਕੱਪੜੇ ਪ੍ਰੈਸ ਕਰਨ ਲਈ ਕਿਹਾ ਤਾਂ ਉਸਨੇ ਕਿਹਾ, ਭਾਬੀ ਇਸ ਤੇ ਟੈਕਸ ਲੱਗੇਗਾ ਤੇ ਜੁਰਮਾਨਾ ਵੀ ਜਮ੍ਹਾਂ ਕਰਵਾਉਣਾ ਪਵੇਗਾ। ਮੈਂ ਸੋਚਿਆ ਕਿ ਰਾਤ ਹੋਣ ਤੇ ਦੇਖ ਲਵਾਂਗੇ, ਪਰ ਜਿਵੇਂ ਹੀ ਰਾਤ ਹੋਈ ਤਾਂ ਮੇਰੇ ਹੋਸ਼ ਉੱਡ ਗਏ। ਜਦੋਂ ਦਿਓਰ ਨੇ ਪ੍ਰੈਸ ਕੀਤੇ ਕੱਪੜੇ ਅਲਮਾਰੀ ਵਿੱਚ ਰੱਖਦੇ ਹੋਏ ਕਿਹਾ, ਚਲੋ ਭਾਬੀ। ਹੁਣ ਮੈਂ ਦਿਓਰ ਨੂੰ ਕਿਹਾ, ਕਿੱਥੇ ਲੈ ਕੇ ਜਾ ਰਹੇ ਹੋ? ਮੈਨੂੰ ਛੱਡੋ। ਮੈਂ ਬਾਂਹ ਛਡਾਉਂਦੇ ਹੋਏ ਬੋਲ ਰਹੀ ਸੀ, ਪਰ ਉਸਨੇ ਮੇਰੀ ਕੋਈ ਗੱਲ ਨਾ ਸੁਣੀ। ਮੈਂ ਕਿਹਾ, ਮੰਗੂ, ਰੱਬ ਤੋਂ ਡਰੋ। ਜੇ ਤੇਰੇ ਭਰਾ ਨੂੰ ਪਤਾ ਲੱਗ ਗਿਆ ਤਾਂ ਤੇਰੇ ਬਾਰੇ ਕੀ ਸੋਚੇਗਾ? ਮੈਂ ਆਪਣੇ ਦਿਓਰ ਨੂੰ ਆਪਣੇ ਪਤੀ ਤੋਂ ਡਰਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਪਾਗਲ ਸੀ। ਉਸਨੇ ਮੇਰੀ ਗੱਲ ਨਹੀਂ ਸੁਣੀ। ਉਹ ਮੈਨੂੰ ਆਪਣੇ ਨਾਲ ਖਿੱਚਦਾ ਹੋਇਆ ਅੱਗੇ ਵੱਧ ਰਿਹਾ ਸੀ। ਮੈਂ ਆਪਣੀ ਪੂਰੀ ਤਾਕਤ ਲਾ ਰਹੀ ਸੀ, ਪਰ ਆਪਣੇ ਆਪ ਨੂੰ ਛੁਡਾ ਨਹੀਂ ਸਕੀ। ਮੈਨੂੰ ਛੱਡ ਮੰਗੂ, ਤੈਨੂੰ ਰੱਬ ਦਾ ਵਾਸਤਾ ਹੈ। ਮੈਂ ਮਿੰਨਤਾਂ ਕਰ ਰਹੀ ਸੀ, ਪਰ ਉਸਨੇ ਮੇਰੇ ਤੇ ਕੋਈ ਰਹਿਮ ਨਹੀਂ ਕੀਤਾ। ਉਹ ਮੈਨੂੰ ਕਮਰੇ ਵਿੱਚ ਖਿੱਚ ਕੇ ਲਿਜਾ ਰਿਹਾ ਸੀ। ਡਰ ਨਾਲ ਮੇਰਾ ਸਾਰਾ ਸਰੀਰ ਕੰਬ ਰਿਹਾ ਸੀ। ਮੇਰਾ ਦਿਲ ਤੇਜ਼ ਧੜਕ ਰਿਹਾ ਸੀ। ਅੱਜ ਤਾਂ ਮੇਰਾ ਪਤੀ ਵੀ ਘਰ ਨਹੀਂ ਸੀ ਤੇ ਫਿਰ ਮੇਰੇ ਦਿਓਰ ਨੇ ਮੈਨੂੰ ਕਮਰੇ ਵਿੱਚ ਧੱਕਾ ਦੇ ਦਿੱਤਾ ਤੇ ਦਰਵਾਜ਼ਾ ਬੰਦ ਕਰ ਲਿਆ। ਮੈਂ ਅੱਖਾਂ ਕੱਢ ਕੇ ਆਪਣੇ ਦਿਓਰ ਵੱਲ ਦੇਖ ਰਹੀ ਸੀ, ਜੋ ਹੁਣ ਲਾਲ ਅੱਖਾਂ ਨਾਲ ਮੇਰੇ ਵੱਲ ਵੱਧ ਰਿਹਾ ਸੀ। ਮੈਂ ਫਿਰ ਰੋਣ ਲੱਗ ਪਈ। ਮੈਨੂੰ ਜਾਣ ਦਿਓ ਪਲੀਜ਼। ਮੈਂ ਤੇ ਫਿਰ ਮੇਰੀ ਆਵਾਜ਼ ਮੇਰੇ ਗਲੇ ਵਿੱਚ ਹੀ ਰਹਿ ਗਈ। ਉਸਨੇ ਮੇਰੀ ਗਲ ਤੇ ਜ਼ੋਰ ਨਾਲ ਥੱਪੜ ਮਾਰਿਆ। ਮੈਂ ਤਾਂ ਦੰਗ ਰਹਿ ਗਈ। ਮੈਨੂੰ ਆਪਣੇ ਦਿਓਰ ਤੋਂ ਇਹ ਉਮੀਦ ਨਹੀਂ ਸੀ। ਹਜੇ ਕੱਲ੍ਹ ਦੀ ਗੱਲ ਹੈ, ਜਦੋਂ ਮੇਰਾ ਦਿਓਰ ਮੇਰੇ ਸਾਹਮਣੇ ਅੱਖਾਂ ਨੀਵੀਆਂ ਰੱਖਦਾ ਸੀ। ਉਸਨੇ ਕਦੇ ਮੇਰੇ ਵੱਲ ਤੱਕਣ ਲਈ ਅੱਖਾਂ ਵੀ ਨਹੀਂ ਉਠਾਈਆਂ ਸਨ, ਤੇ ਅੱਜ ਉਹ ਮੇਰੇ ਨਾਲ ਕੀ ਕਰਨ ਜਾ ਰਿਹਾ ਸੀ? ਇਹ ਸੋਚਦਿਆਂ ਹੀ ਮੇਰੀ ਰੂਹ ਕੰਬ ਗਈ ਤੇ ਮੈਂ ਆਪਣੀ ਪਿਛਲੀ ਜ਼ਿੰਦਗੀ ਬਾਰੇ ਸੋਚਣ ਲੱਗੀ ਕਿ ਮੈਂ ਕਿਹੜੀ ਗਲਤੀ ਕੀਤੀ ਜੋ ਮੇਰੇ ਦਿਓਰ ਨੂੰ ਇਸ ਮੁਕਾਮ ਤੇ ਲੈ ਆਈ। ਮੇਰਾ ਵਿਆਹ ਇੱਕ ਅਜਿਹੇ ਆਦਮੀ ਨਾਲ ਹੋਇਆ ਸੀ ਜਿਸ ਦੇ ਅੱਗੇ ਪਿੱਛੇ ਕੋਈ ਨਹੀਂ ਸੀ। ਇੱਕ ਛੋਟੇ ਭਰਾ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਨਾ ਮਾਤਾ ਪਿਤਾ, ਨਾ ਕੋਈ ਭੈਣ ਤੇ ਨਾ ਹੀ ਰਿਸ਼ਤੇਦਾਰ ਸੀ। ਜਦੋਂ ਮੇਰਾ ਰਿਸ਼ਤਾ ਆਇਆ ਮੈਂ ਬਹੁਤ ਖੁਸ਼ ਸੀ। ਮੁੰਡਾ ਚੰਗਾ ਕੰਮ ਕਰਦਾ ਸੀ। ਮੈਨੂੰ ਸੱਸ ਨਨਾਣ ਦੀ ਕੋਈ ਚਿੰਤਾ ਨਹੀਂ ਸੀ, ਇਸੇ ਲਈ ਮੈਂ ਹਾਂ ਕਿਹਾ ਸੀ। ਮੈਂ ਆਪਣੇ ਵਿਆਹ 'ਤੇ ਬਹੁਤ ਖੁਸ਼ ਸੀ। ਸਭ ਕੁਝ ਮੇਰੀ ਇੱਛਾ ਅਨੁਸਾਰ ਹੋਇਆ ਸੀ। ਮੇਰਾ ਪਤੀ ਇੱਕ ਚੰਗਾ ਵਿਅਕਤੀ ਸੀ। ਉਹ ਜ਼ਿਆਦਾਤਰ ਸਮਾਂ ਰੁੱਝਿਆ ਰਹਿੰਦਾ ਸੀ। ਮੇਰਾ ਇੱਕ 14-15 ਸਾਲ ਦਾ ਦਿਓਰ ਸੀ ਜੋ ਸਕੂਲ ਵਿੱਚ ਪੜ੍ਹਦਾ ਸੀ। ਮੇਰੇ ਪਤੀ ਨੇ ਦੱਸਿਆ ਕਿ ਉਸ ਦੀ ਗੈਰ ਹਾਜ਼ਰੀ ਵਿੱਚ ਮੇਰਾ ਦਿਓਰ ਸਾਰਾ ਕੰਮ ਕਰਦਾ ਸੀ। ਉਹ ਸਵੇਰੇ ਉੱਠ ਕੇ ਆਪਣੇ ਤੇ ਆਪਣੇ ਵੱਡੇ ਭਰਾ ਲਈ ਨਾਸ਼ਤਾ ਤਿਆਰ ਕਰਦਾ ਸੀ। ਐਤਵਾਰ ਨੂੰ ਉਹ ਮਸ਼ੀਨ ਨਾਲ ਕੱਪੜੇ ਧੋ ਲੈਂਦਾ ਸੀ। 2 ਦਿਨਾਂ ਬਾਅਦ ਉਹ ਸਾਰਾ ਘਰ ਸਾਫ਼ ਕਰ ਦਿੰਦਾ ਸੀ। ਰਾਤ ਦਾ ਖਾਣਾ ਬਾਹਰੋਂ ਲੈ ਆਉਂਦਾ। ਉਹ ਪੜ੍ਹਨ ਵਿੱਚ ਵੀ ਚੰਗਾ ਸੀ, ਇਸ ਲਈ ਜੇ ਉਹ ਰਾਤ ਨੂੰ ਆਪਣੇ ਲਈ ਚਾਹ ਬਣਾਉਂਦਾ ਤਾਂ ਆਪਣੇ ਭਰਾ ਲਈ ਵੀ ਬਣਾ ਲੈਂਦਾ ਸੀ। ਇਹ ਸਭ ਸੁਣ ਕੇ ਮੈਂ ਹੈਰਾਨ ਰਹਿ ਗਈ। ਉਹ ਸਧਾਰਨ ਮਾਸੂਮ ਮੁੰਡਾ ਬਹੁਤ ਮਿਹਨਤੀ ਹੈ। ਫਿਰ ਮੇਰੇ ਪਤੀ ਨੇ ਮੇਰਾ ਹੱਥ ਫੜ ਕੇ ਕਿਹਾ, ਮੇਰਾ ਭਰਾ ਬਹੁਤ ਛੋਟਾ ਸੀ ਜਦੋਂ ਸਾਡੇ ਮਾਪੇ ਇੱਕ ਹਾਦਸੇ ਵਿੱਚ ਸਾਨੂੰ ਛੱਡ ਗਏ ਸਨ। ਆਪਣਾ ਤੇ ਆਪਣੇ ਭਰਾ ਦਾ ਢਿੱਡ ਭਰਨ ਲਈ ਮੈਂ ਕੰਮ ਕਰਨ ਲੱਗ ਪਿਆ। ਮੇਰੇ ਭਰਾ ਨੂੰ ਕਦੇ ਵੀ ਮਾਂ-ਬਾਪ ਦਾ ਪਿਆਰ ਨਹੀਂ ਮਿਲਿਆ। ਰੱਬ ਦੀ ਕਿਰਪਾ ਨਾਲ ਉਹ ਪਲ ਗਿਆ ਤੇ ਹੁਣ ਮੇਰੀ ਦੇਖਭਾਲ ਕਰ ਰਿਹਾ ਹੈ। ਮੈਂ ਸਿਰਫ ਪੈਸਾ ਕਮਾਉਂਦਾ ਹਾਂ, ਪਰ ਘਰ ਕਿਵੇਂ ਚਲਾਉਣਾ ਹੈ ਇਹ ਮੇਰਾ 14-15 ਸਾਲ ਦੇ ਭਰਾ ਨੂੰ ਚੰਗੀ ਤਰ੍ਹਾਂ ਪਤਾ ਹੈ। ਹੁਣ ਜਦੋਂ ਤੁਸੀਂ ਆ ਗਏ ਹੋ ਤਾਂ ਇਸ ਦਾ ਧਿਆਨ ਰੱਖਣਾ। ਇਸ ਨੂੰ ਆਪਣੇ ਛੋਟੇ ਭਰਾ ਜਾਂ ਪੁੱਤਰ ਵਾਂਗ ਪਿਆਰ ਦੇਣਾ। ਮੈਂ ਇਹ ਸਾਰੀਆਂ ਗੱਲਾਂ ਚੁੱਪਚਾਪ ਸੁਣੀਆਂ ਤੇ ਆਪਣੇ ਪਤੀ ਨੂੰ ਚਿੰਤਾ ਨਾ ਕਰਨ ਲਈ ਕਿਹਾ, ਮੈਂ ਸਭ ਸੰਭਾਲ ਲਵਾਂਗੀ। ਪਰ ਸੱਚ ਤਾਂ ਇਹ ਸੀ ਕਿ ਮੈਨੂੰ ਥੋੜਾ ਗੁੱਸਾ ਆਇਆ ਸੀ ਕਿ ਮੇਰਾ ਪਤੀ ਆਪਣੇ ਭਰਾ ਦੀ ਤਾਰੀਫ ਕਰ ਰਿਹਾ ਹੈ। ਖੈਰ, ਅਗਲੇ ਦਿਨ ਮੈਂ ਦੇਰ ਨਾਲ ਉੱਠੀ ਤੇ ਦੇਖਿਆ ਕਿ ਮੇਰਾ ਪਤੀ ਜਾ ਚੁੱਕਾ ਸੀ। ਮੈਂ ਬਾਹਰ ਆ ਕੇ ਦੇਖਿਆ ਤਾਂ ਮੇਰਾ ਦਿਓਰ ਰਸੋਈ ਵਿੱਚ ਚਾਹ ਬਣਾ ਰਿਹਾ ਸੀ। ਅੱਜ ਕੱਲ੍ਹ ਉਸਦੇ ਇਮਤਿਹਾਨ ਹੋ ਰਹੇ ਸੀ ਤੇ ਉਹ ਲਗਨ ਨਾਲ ਪੜ੍ਹ ਰਿਹਾ ਸੀ। ਉਸਨੂੰ ਦੇਖ ਕੇ ਮੇਰੇ ਮਨ ਵਿੱਚ ਇੱਕ ਖਿਆਲ ਆਇਆ ਤੇ ਮੈਂ ਉਸਦੇ ਤੁਰੰਤ ਕੰਮ ਕਰਨਾ ਜ਼ਰੂਰੀ ਸਮਝਿਆ। ਮੰਗੂ, ਮੈਂ ਉਸਨੂੰ ਪਿਆਰ ਨਾਲ ਬੁਲਾਇਆ। ਹਾਂ ਭਾਬੀ, ਉਸਨੇ ਤੁਰੰਤ ਪਿਆਰ ਨਾਲ ਜਵਾਬ ਦਿੱਤਾ। ਉਸਦੀਆਂ ਅੱਖਾਂ ਨੀਵੀਆਂ ਸਨ। ਮੈਨੂੰ ਉਸਦੇ ਚਿਹਰੇ ਤੇ ਡਰ ਵੀ ਨਜ਼ਰ ਆਇਆ। ਮੈਂ ਸੁਣਿਆ ਹੈ ਕਿ ਤੁਸੀਂ ਬਹੁਤ ਵਧੀਆ ਨਾਸ਼ਤਾ ਬਣਾਉਂਦੇ ਹੋ। ਮੈਂ ਵੀ ਤੁਹਾਡੇ ਹੱਥ ਦਾ ਨਾਸ਼ਤਾ ਖਾਣਾ ਚਾਹੁੰਦੀ ਹਾਂ। ਕੀ ਤੁਸੀਂ ਮੈਨੂੰ ਨਾਸ਼ਤਾ ਬਣਾ ਕੇ ਖਵਾਓਗੇ? ਮੇਰੀ ਗੱਲ ਸੁਣ ਕੇ ਉਸਨੇ ਸਿਰ ਉੱਪਰ ਚੁੱਕ ਕੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ। ਉਸ ਦੀਆਂ ਅੱਖਾਂ ਵਿੱਚ ਹੈਰਾਨੀ ਸੀ। ਤੁਸੀਂ ਬੈਠੋ,
ਮੈਂ ਹੁਣੇ ਬਣਾ ਦਿੰਦਾ ਹਾਂ। ਉਹ ਖੁਸ਼ ਹੋ ਗਿਆ ਸੀ ਤੇ ਫਿਰ ਖੁਸ਼ੀ ਨਾਲ ਨਾਸ਼ਤਾ ਬਣਾਉਣ ਲੱਗ ਪਿਆ। ਮੇਰੀ ਯੋਜਨਾ ਸਫਲ ਹੋ ਗਈ ਸੀ। ਮੈਂ ਇੱਕ ਸਾਹ ਲੈ ਕੇ ਆਪਣੇ ਕਮਰੇ ਵਿੱਚ ਵਾਪਸ ਆ ਗਈ ਤੇ ਆਪਣੇ ਬੈੱਡ ਤੇ ਲੇਟ ਕੇ ਆਪਣਾ ਮੋਬਾਈਲ ਵੇਖਣ ਲੱਗੀ। 10-15 ਮਿੰਟ ਬਾਅਦ ਮੰਗੂ ਗਰਮ ਨਾਸ਼ਤਾ ਲੈ ਕੇ ਹਾਜ਼ਰ ਸੀ। ਮੇਰੀ ਭੁੱਖ ਅਚਾਨਕ ਵੱਧ ਗਈ ਸੀ। ਖੁਸ਼ਬੂ ਤਾਂ ਬਹੁਤ ਵਧੀਆ ਆ ਰਹੀ ਹੈ। ਮੈਂ ਤਾਰੀਫ ਕਰਦੇ ਹੋਏ ਕਿਹਾ, ਭਾਬੀ ਜੀ ਤੁਸੀਂ ਪਹਿਲਾਂ ਖਾਣਾ ਖਾ ਕੇ ਵੇਖੋ, ਫਿਰ ਦੱਸਣਾ ਇਹ ਖਾਣਾ ਕਿਹੋ ਜਿਹਾ ਬਣਿਆ ਹੈ। ਉਸ ਦੇ ਚਿਹਰੇ ਤੇ ਮਾਸੂਮ ਬੱਚੇ ਵਰਗੀ ਮੁਸਕਰਾਹਟ ਸੀ। ਮੈਂ ਦਿਲ ਵਿੱਚ ਖੁਸ਼ ਹੋ ਰਹੀ ਸੀ। ਉਹ ਚਲਾ ਗਿਆ ਤੇ ਮੈਂ ਚੰਗੀ ਤਰ੍ਹਾਂ ਨਾਸ਼ਤਾ ਕੀਤਾ। ਉਸ ਤੋਂ ਬਾਅਦ ਮੈਂ ਫਿਰ ਸੌਂ ਗਈ। ਜਦੋਂ ਮੈਂ ਉੱਠੀ ਤਾਂ ਦੁਪਹਿਰ ਦੇ ਖਾਣੇ ਦਾ ਸਮਾਂ ਸੀ। ਗਰਮੀ ਦਾ ਮੌਸਮ ਸੀ। ਹੁਣ ਮੇਰੀ ਕੁਝ ਵੀ ਬਣਾਉਣ ਦੀ ਇੱਛਾ ਨਹੀਂ ਸੀ। ਮੈਂ ਕੁਝ ਸੋਚਦੀ ਹੋਈ ਕਮਰੇ ਤੋਂ ਬਾਹਰ ਆਈ ਤੇ ਮੰਗੂ ਦੇ ਕਮਰੇ ਵਿੱਚ ਚਲੀ ਗਈ, ਜਿੱਥੇ ਉਹ ਪੜ੍ਹਦਾ ਸੀ। ਮੈਂ ਉਸਨੂੰ ਆਖਿਆ ਕਿ ਨਾਸ਼ਤਾ ਬਹੁਤ ਵਧੀਆ ਸੀ। ਹੁਣ ਇਹ ਕਰਨਾ ਕਿ ਦੁਪਹਿਰ ਦਾ ਖਾਣਾ ਵੀ ਤੁਸੀਂ ਤਿਆਰ ਕਰਨਾ। ਮਟਰ ਪਨੀਰ ਬਣਾ ਲੈਣਾ। ਤੁਹਾਡਾ ਭਰਾ ਵੀ ਬਹੁਤ ਸ਼ੌਂਕ ਨਾਲ ਖਾਂਦਾ ਹੈ ਤੇ ਮੈਂ ਵੀ ਤੁਹਾਡੇ ਦੁਆਰਾ ਬਣਾਏ ਮਟਰ ਪਨੀਰ ਦਾ ਸਵਾਦ ਲੈ ਲਵਾਂਗੀ। ਇਸ ਤੋਂ ਬਾਅਦ ਤਾਂ ਸਾਰੇ ਕੰਮ ਮੈਨੂੰ ਹੀ ਕਰਨੇ ਪੈਣਗੇ। ਇਹ ਸੁਣ ਕੇ ਉਸਦੇ ਚਿਹਰੇ ਤੇ ਚਿੰਤਾ ਦੇ ਭਾਵ ਪ੍ਰਗਟ ਹੋ ਗਏ ਸੀ। ਭਾਬੀ ਅਸਲ ਵਿੱਚ ਮੇਰਾ ਕੱਲ੍ਹ ਪੇਪਰ ਹੈ। ਖੈਰ ਮੈਂ ਕੋਸ਼ਿਸ਼ ਕਰਦਾ ਹਾਂ। ਮੈਨੂੰ ਪਤਾ ਸੀ ਕਿ ਉਹ ਮੇਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ ਸੀ ਤੇ ਵੈਸੇ ਵੀ ਉਸਨੇ ਪੜ੍ਹ ਕੇ ਕਿਹੜਾ ਅਫਸਰ ਬਣਨਾ ਸੀ। ਉਸਨੂੰ ਮਟਰ ਪਨੀਰ ਦਾ ਬੋਲਣ ਤੋਂ ਬਾਅਦ ਮੈਂ ਆਪਣੇ ਦੋਸਤਾਂ ਨਾਲ ਖਰੀਦਦਾਰੀ ਕਰਨ ਚਲੀ ਗਈ। ਜਦੋਂ ਮੈਂ 3 ਘੰਟੇ ਬਾਅਦ ਵਾਪਸ ਆਈ ਤਾਂ ਸਾਰਾ ਘਰ ਚਮਕ ਰਿਹਾ ਸੀ। ਮੈਂ ਸਮਝ ਗਈ ਕਿ ਸਫਾਈ ਮੇਰੇ ਦਿਓਰ ਦੀ ਕਮਜ਼ੋਰੀ ਹੈ। ਉਹ ਘਰ ਨੂੰ ਗੰਦਾ ਨਹੀਂ ਦੇਖ ਸਕਦਾ ਸੀ ਤੇ ਫਿਰ ਇਹ ਮੇਰੀ ਰੁਟੀਨ ਬਣ ਗਈ ਸੀ। ਕਈ ਵਾਰ ਮੇਰਾ ਪਤੀ ਨਾਸ਼ਤਾ ਕੀਤੇ ਬਿਨਾਂ ਚਲਾ ਜਾਂਦਾ। ਕਦੇ ਮੈਂ ਉਸ ਲਈ ਨਾਸ਼ਤਾ ਤਿਆਰ ਕਰ ਦਿੰਦੀ ਸੀ, ਪਰ ਜ਼ਿਆਦਾਤਰ ਮੇਰਾ ਦਿਓਰ ਹੀ ਉਸਨੂੰ ਨਾਸ਼ਤਾ ਦਿੰਦਾ ਸੀ। ਉਸਦੇ 10ਵੀਂ ਦੇ ਪੇਪਰ ਵੀ ਹੋ ਗਏ ਸੀ। ਹੁਣ ਉਹ ਵਿਹਲਾ ਸੀ ਤਾਂ ਘਰ ਦਾ ਸਾਰਾ ਕੰਮ ਵੀ ਕਰ ਦਿੰਦਾ, ਕਿਉਂਕਿ ਮੈਂ ਨਾਸ਼ਤੇ ਤੋਂ ਤੁਰੰਤ ਬਾਅਦ ਸੌਂ ਜਾਂਦੀ ਸੀ ਤੇ ਉੱਠ ਕੇ ਆਪਣਾ ਕਮਰਾ ਸਾਫ਼ ਕਰ ਲੈਂਦੀ ਸੀ। ਸ਼ਾਮ ਦਾ ਖਾਣਾ ਵੀ ਦਿਓਰ ਹੀ ਬਣਾਉਂਦਾ ਸੀ ਤੇ ਮੈਂ ਆਪਣੇ ਪਤੀ ਦੇ ਆਉਣ ਤੋਂ ਬਾਅਦ ਰੋਟੀ ਬਣਾ ਲੈਂਦੀ ਸੀ ਤੇ ਚਾਹ ਵੀ ਬਣਾਉਂਦੀ ਸੀ, ਜਿਸ ਕਰਕੇ ਮੇਰੇ ਪਤੀ ਨੂੰ ਲੱਗਦਾ ਕਿ ਮੈਂ ਸਾਰਾ ਕੰਮ ਕਰਦੀ ਹਾਂ। ਮੇਰਾ ਦਿਓਰ ਹਫ਼ਤੇ ਬਾਅਦ ਕੱਪੜੇ ਵੀ ਧੋ ਲੈਂਦਾ ਸੀ। ਉਹ ਚੁੱਪਚਾਪ ਸਾਰੇ ਕੰਮ ਕਰਦਾ ਸੀ। ਮੇਰੇ ਦਿਓਰ ਨੇ ਹੁਣ ਕਾਲਜ ਜਾਣਾ ਸ਼ੁਰੂ ਕਰ ਦਿੱਤਾ ਸੀ। ਉਸ ਦਾ ਕੱਦ ਹੁਣ ਉੱਚਾ ਹੋ ਗਿਆ ਸੀ, ਪਰ ਮੈਂ ਹਜੇ ਵੀ ਉਸ ਤੋਂ ਕੰਮ ਕਰਵਾਉਂਦੀ ਸੀ। ਉਸ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਸੀ। ਹੁਣ ਉਹ ਅਕਸਰ ਦੇਰ ਨਾਲ ਘਰ ਆਉਂਦਾ ਸੀ। ਇੱਕ ਦਿਨ ਉਹ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਕੱਲ੍ਹ ਨੂੰ ਮੇਰੀ ਫੀਸ ਜਮ੍ਹਾਂ ਕਰਵਾਉਣੀ ਹੈ। ਤੁਸੀਂ ਰਾਤ ਨੂੰ ਭਰਾ ਨਾਲ ਗੱਲ ਕਰ ਲੈਣਾ। ਮੈਂ ਘਰ ਥੋੜ੍ਹੀ ਦੇਰ ਨਾਲ ਆਵਾਂਗਾ। ਉਸ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਚੌੜੀਆਂ ਹੋ ਗਈਆਂ ਕਿ ਹੁਣ ਇਸ ਨੂੰ ਪੈਸੇ ਵੀ ਦੇਣੇ ਪੈਣਗੇ। ਕਾਲਜ ਦੀ ਫੀਸ ਘੱਟੋ ਘੱਟ 1 ਲੱਖ ਹੋਵੇਗੀ ਤੇ ਮੈਂ ਨਹੀਂ ਚਾਹੁੰਦੀ ਸੀ ਕਿ ਮੇਰਾ ਪਤੀ ਆਪਣੇ ਭਰਾ ਨੂੰ ਇੰਨੇ ਪੈਸੇ ਬਿਨਾਂ ਵਜ੍ਹਾ ਦੇਵੇ। ਇਸੇ ਲਈ ਮੈਂ ਸ਼ਾਮ ਨੂੰ ਆਪਣੇ ਪਤੀ ਨੂੰ ਨਹੀਂ ਦੱਸਿਆ ਤੇ ਜਦੋਂ ਸਵੇਰ ਹੋਈ ਤਾਂ ਮੇਰੇ ਦਿਓਰ ਨੇ ਫੀਸ ਬਾਰੇ ਪੁੱਛਿਆ। ਮੈਂ ਝੂਠ ਬੋਲਿਆ ਤੇ ਕਿਹਾ ਕਿ ਤੇਰਾ ਭਰਾ ਕਹਿ ਰਿਹਾ ਸੀ ਕਿ ਇਸ ਵੇਲੇ ਹੱਥ ਤੰਗ ਹੈ, ਇਸ ਲਈ ਪੈਸਿਆਂ ਦਾ ਇੰਤਜ਼ਾਮ ਨਹੀਂ ਹੋ ਸਕਦਾ। ਇਹ ਸੁਣ ਕੇ ਦਿਓਰ ਪਰੇਸ਼ਾਨ ਹੋ ਗਿਆ। ਉਸ ਦਾ ਮੂੰਹ ਉਤਰ ਗਿਆ ਤੇ ਉਹ ਚੁੱਪਚਾਪ ਉੱਥੋਂ ਚਲਾ ਗਿਆ। ਮੈਂ ਸੁੱਖ ਦਾ ਸਾਹ ਲਿਆ ਤੇ ਉਸ ਤੋਂ ਬਾਅਦ ਦਿਓਰ ਨੇ ਦੁਬਾਰਾ ਆਪਣੇ ਭਰਾ ਨਾਲ ਕੋਈ ਗੱਲ ਨਹੀਂ ਕੀਤੀ। ਸਮਾਂ ਬੀਤਦਾ ਗਿਆ ਤੇ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਰੁੱਝ ਗਈ। ਮੇਰਾ ਦਿਓਰ ਹੁਣ ਵੀ ਜਦੋਂ ਵੀ ਮੈਨੂੰ ਵਿਹਲਾ ਮਿਲਦਾ ਮੈਂ ਉਸਨੂੰ ਕੰਮ ਤੇ ਲਗਾ ਦਿੰਦੀ ਸੀ। ਮੈਂ ਸ਼ੁਰੂ ਤੋਂ ਹੀ ਕੰਮ ਨਹੀਂ ਕੀਤਾ ਸੀ। ਮੈਨੂੰ ਸ਼ੁਰੂ ਤੋਂ ਕੰਮ ਕਰਨ ਦੀ ਆਦਤ ਨਹੀਂ ਸੀ, ਜਾਂ ਫਿਰ ਇਹ ਕਹਿ ਲਵੋ ਕਿ ਮੈਂ ਇੱਕ ਆਲਸੀ ਸੀ। ਮੈਂ ਸੋਚਿਆ ਸੀ ਕਿ ਮੈਂ ਆਪਣੇ ਸਹੁਰੇ ਘਰ ਜਾ ਕੇ ਇੱਕ ਨੌਕਰਾਣੀ ਰੱਖ ਲਵਾਂਗੀ, ਪਰ ਇੱਥੇ ਮੈਨੂੰ ਮੁਫਤ ਵਿੱਚ ਕੰਮ ਕਰਨ ਵਾਲਾ ਦਿਓਰ ਮਿਲ ਗਿਆ ਸੀ। ਇਸ ਲਈ ਹੁਣ ਨੌਕਰਾਣੀ ਦੀ ਲੋੜ ਨਹੀਂ ਸੀ। ਜਿਸ ਦਿਨ ਮੇਰਾ ਪਤੀ ਘਰ ਹੁੰਦਾ ਮੈਂ ਬਿਮਾਰ ਹੋਣ ਦਾ ਬਹਾਨਾ ਬਣਾ ਲੈਂਦੀ ਤੇ ਮੇਰਾ ਪਤੀ ਬਾਹਰੋਂ ਖਾਣਾ ਲੈ ਆਉਂਦਾ। ਮੈਂ ਬਿਲਕੁਲ ਉਹੀ ਜੀਵਨ ਜੀ ਰਹੀ ਸੀ ਜਿਵੇਂ ਦਾ ਮੈਂ ਚਾਹੁੰਦੀ ਸੀ। ਹੁਣ ਮੇਰਾ ਦਿਓਰ ਰਾਤ ਨੂੰ 10 ਤੋਂ 11 ਵਜੇ ਵਾਪਸ ਆਉਂਦਾ ਸੀ ਤੇ ਜਦੋਂ ਮੈਂ ਸਵੇਰੇ ਉੱਠਦੀ ਸੀ ਤਾਂ ਰਸੋਈ ਸਾਫ਼ ਸੁਥਰੀ ਹੁੰਦੀ ਸੀ, ਕਿਉਂਕਿ ਰਾਤ ਨੂੰ ਮੇਰਾ ਦਿਓਰ ਸਾਰੇ ਭਾਂਡੇ ਧੋ ਕੇ ਰਸੋਈ ਸਾਫ਼ ਕਰਕੇ ਸੌਂਦਾ ਸੀ। ਮੈਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਸੀ। ਇੱਕ ਦਿਨ ਮੇਰੇ ਪਤੀ ਨੇ ਮੇਰੇ ਦਿਓਰ ਨੂੰ ਪੁੱਛਿਆ ਕਿ ਉਹ ਦੇਰ ਰਾਤ ਤੱਕ ਕਿੱਥੇ ਰਹਿੰਦਾ ਹੈ, ਜਿਸ ਤੇ ਉਸਨੇ ਜਵਾਬ ਦਿੱਤਾ, ਮੈਂ ਟਿਊਸ਼ਨ ਪੜ੍ਹਾਉਂਦਾ ਹਾਂ, ਤੇ ਚਲਾ ਗਿਆ। ਪਹਿਲਾਂ ਤਾਂ ਮੈਨੂੰ ਡਰ ਸੀ ਕਿ ਸ਼ਾਇਦ ਮੇਰਾ ਦਿਓਰ ਫੀਸ ਦਾ ਜ਼ਿਕਰ ਨਾ ਕਰ ਦੇਵੇ, ਕਿਉਂਕਿ ਮੈਂ ਅਕਸਰ ਆਪਣੇ ਦਿਓਰ ਦੇ ਨਾਂ 'ਤੇ ਆਪਣੇ ਪਤੀ ਤੋਂ ਪੈਸੇ ਲੈਂਦੀ ਸੀ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਦਿਓਰ ਵੱਡਾ ਹੋ ਗਿਆ ਸੀ। ਉਹ ਕਿਸੇ ਕੰਮ ਲਈ ਸ਼ਹਿਰ ਤੋਂ ਬਾਹਰ ਚਲਾ ਗਿਆ ਸੀ ਤੇ ਮੈਂ ਹੀ ਜਾਣਦੀ ਹਾਂ
ਕਿ ਉਹਨਾਂ 2 ਮਹੀਨਿਆਂ ਦੌਰਾਨ ਮੈਂ ਕਿੰਨੀ ਮੁਸ਼ਕਲ ਵਿੱਚੋਂ ਲੰਘੀ ਸੀ। ਮੈਨੂੰ ਘਰ ਦੇ ਸਾਰੇ ਕੰਮ ਕਰਨੇ ਪੈਂਦੇ ਸਨ ਜੋ ਮੈਂ ਨਹੀਂ ਕਰ ਸਕਦੀ ਸੀ। ਇੰਜ ਲੱਗ ਰਿਹਾ ਸੀ ਜਿਵੇਂ ਮੇਰੇ ਹੋਸ਼ ਉੱਡ ਗਏ ਹੋਣ। ਕੌਣ ਜਾਣਦਾ ਸੀ ਕਿ ਦਿਓਰ ਨੇ ਘਰ ਕਿਵੇਂ ਸੰਭਾਲਿਆ ਹੋਇਆ ਸੀ। ਸਭ ਕੁਝ ਸੰਪੂਰਨ ਸੀ। ਹੁਣ ਹਰ ਪਾਸੇ ਭਾਂਡੇ ਖਿਲਰੇ ਪਏ ਸਨ। ਸਮਾਂ ਬਸ ਐਵੇਂ ਹੀ ਉੱਡ ਗਿਆ। ਲੰਮੇ ਸਮੇਂ ਲਈ ਦਿਓਰ ਘਰੋਂ ਗਾਇਬ ਹੋ ਗਿਆ ਸੀ। ਜਦੋਂ ਵੀ ਮੈਂ ਦਿਓਰ ਨਾਲ ਫੋਨ ਤੇ ਗੱਲ ਕਰਦੀ ਤਾਂ ਉਹ ਕਹਿੰਦਾ, ਭਾਬੀ ਮੈਂ ਆਪਣੇ ਦੋਸਤ ਦੇ ਨਾਲ ਦਿੱਲੀ ਰਹਿੰਦਾ ਹਾਂ। ਮੇਰੀ ਪੜ੍ਹਾਈ ਜਿਵੇਂ ਹੀ ਖਤਮ ਹੋਵੇਗੀ ਮੈਂ ਵਾਪਸ ਆ ਜਾਵਾਂਗਾ। 5 ਸਾਲ ਬੀਤ ਚੁੱਕੇ ਸਨ। ਮੇਰਾ ਪਤੀ ਕਦੇ ਕਦੇ ਉਸ ਨੂੰ ਮਿਲਣ ਚਲਾ ਜਾਂਦਾ ਸੀ ਤੇ ਫਿਰ ਇੱਕ ਦਿਨ ਦਿਓਰ ਵਾਪਸ ਆ ਗਿਆ। ਜਦੋਂ ਉਹ ਘਰ ਆਇਆ ਤਾਂ ਮੈਂ ਬਹੁਤ ਖੁਸ਼ ਹੋਈ ਸੀ। ਮੈਂ ਉਸ ਦਾ ਬਹੁਤ ਸਵਾਗਤ ਕੀਤਾ, ਉਸ ਨੂੰ ਚੰਗਾ ਖਾਣਾ ਖਵਾਇਆ ਤੇ ਉਸ ਦਾ ਹਰ ਤਰ੍ਹਾਂ ਖਿਆਲ ਰੱਖਿਆ। ਦਿਓਰ ਵੀ ਬਹੁਤ ਖੁਸ਼ ਨਜ਼ਰ ਆ ਰਿਹਾ ਸੀ। ਉਹ ਪਹਿਲਾਂ ਨਾਲੋਂ ਬਹੁਤ ਬਦਲ ਗਿਆ ਸੀ। ਸ਼ਾਮ ਹੋਈ ਤਾਂ ਦੇਖਿਆ ਕਿ ਦਿਓਰ ਆਪਣੇ ਕੱਪੜੇ ਪ੍ਰੈਸ ਕਰ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਮੇਰੀ ਸਿਹਤ ਠੀਕ ਨਹੀਂ ਹੈ, ਅੱਜ ਤੁਸੀਂ ਆਪਣੇ ਭਰਾ ਦੇ ਸਾਰੇ ਕੱਪੜੇ ਪ੍ਰੈਸ ਕਰ ਦਿਓ। ਦਿਓਰ ਨੇ ਇਹ ਸੁਣ ਕੇ ਕਿਹਾ, ਭਾਬੀ ਅੱਜ ਇਸ ਕੰਮ ਲਈ ਟੈਕਸ ਲੱਗੇਗਾ ਤੇ ਜੁਰਮਾਨਾ ਵੀ ਜਮ੍ਹਾਂ ਕਰਨਾ ਪਵੇਗਾ। ਉਸ ਦੀ ਗੱਲ ਸੁਣ ਕੇ ਮੈਂ ਹੱਸਣ ਲੱਗ ਪਈ। ਮੈਨੂੰ ਲੱਗਾ ਕਿ ਉਹ ਮਜ਼ਾਕ ਕਰ ਰਿਹਾ ਹੈ, ਇਸ ਲਈ ਮੈਂ ਕਿਹਾ, ਠੀਕ ਹੈ, ਮੈਂ ਟੈਕਸ ਅਦਾ ਕਰ ਦੇਵਾਂਗੀ। ਦਿਓਰ ਨੇ ਸਾਰੇ ਕੱਪੜੇ ਪ੍ਰੈਸ ਕਰ ਦਿੱਤੇ ਤੇ ਫਿਰ ਜਿਵੇਂ ਹੀ ਸ਼ਾਮ ਹੋਈ ਮੈਨੂੰ ਅਹਿਸਾਸ ਨਹੀਂ ਸੀ ਕਿ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਡਰਾਉਣੀ ਰਾਤ ਹੋਣ ਵਾਲੀ ਸੀ। ਸ਼ਾਮ ਹੁੰਦੇ ਹੀ ਦਿਓਰ ਮੇਰੇ ਕਮਰੇ ਵਿੱਚ ਆਇਆ ਤੇ ਕਹਿਣ ਲੱਗਾ, ਚਲੋ ਭਾਬੀ ਜੁਰਮਾਨਾ ਜਮ੍ਹਾਂ ਕਰਵਾ ਦਿਓ। ਉਹ ਕਾਫੀ ਗੰਭੀਰ ਸੀ ਪਰ ਮੈਂ ਹੈਰਾਨ ਸੀ ਕਿ ਉਹ ਕਿਸ ਜੁਰਮਾਨੇ ਦੀ ਗੱਲ ਕਰ ਰਿਹਾ ਸੀ। ਦਿਓਰ ਜੀ ਕਿਹੜਾ ਜੁਰਮਾਨਾ? ਮੈਂ ਹੈਰਾਨੀ ਨਾਲ ਪੁੱਛਿਆ। ਇਹ ਤਾਂ ਤੁਹਾਨੂੰ ਦਫ਼ਤਰ ਪਹੁੰਚ ਕੇ ਹੀ ਪਤਾ ਲੱਗੇਗਾ, ਦਿਓਰ ਨੇ ਗੰਭੀਰਤਾ ਨਾਲ ਜਵਾਬ ਦਿੱਤਾ। ਜੇ ਇਹ ਮਜ਼ਾਕ ਹੈ ਤਾਂ ਮੇਰੇ ਕੋਲ ਕੋਈ ਸਮਾਂ ਨਹੀਂ ਹੈ, ਮੈਂ ਕਿਸੇ ਜ਼ਰੂਰੀ ਕੰਮ ਲਈ ਜਾਣਾ ਹੈ। ਮੈਂ ਬੇਝਿਜਕ ਕਿਹਾ ਤੇ ਆਪਣਾ ਬੈਗ ਚੁੱਕ ਕੇ ਕਮਰੇ ਤੋਂ ਬਾਹਰ ਆ ਗਈ। ਪਰ ਦਿਓਰ ਨੇ ਅੱਗੇ ਹੋ ਕੇ ਝਟਕੇ ਨਾਲ ਮੇਰੀ ਬਾਂਹ ਫੜ ਲਈ। ਇਹ ਇਸ ਤਰ੍ਹਾਂ ਸੀ ਜਿਵੇਂ ਮੈਨੂੰ ਬਿਜਲੀ ਦਾ ਝਟਕਾ ਲੱਗਾ ਹੋਵੇ। ਜਿਸ ਦਿਓਰ ਨੇ ਕਦੇ ਮੇਰੇ ਵੱਲ ਤੱਕਿਆ ਵੀ ਨਹੀਂ ਸੀ, ਉਸਨੇ ਅੱਜ ਮੈਨੂੰ ਛੂਹਿਆ ਸੀ ਤੇ ਇਹ ਬਹੁਤ ਵੱਡੀ ਗੱਲ ਸੀ। ਇਹ ਕੀ ਮੂਰਖਤਾ ਹੈ, ਮੇਰਾ ਹੱਥ ਛੱਡੋ, ਮੈਂ ਗੁੱਸੇ ਵਿੱਚ ਕਿਹਾ। ਮੈਂ ਛੱਡ ਦੇਵਾਂਗਾ ਪਰ ਪਹਿਲਾਂ ਸਾਰੇ ਖਾਤੇ ਨਿਪਟਾਉਣੇ ਪੈਣਗੇ। ਦਿਓਰ ਦਾ ਅੰਦਾਜ਼ ਅਜਿਹਾ ਸੀ ਕਿ ਮੇਰੀ ਰੀੜ੍ਹ ਦੀ ਹੱਡੀ ਤੱਕ ਕੰਬਣ ਲੱਗ ਗਈ ਸੀ। ਮੈਂ ਆਪਣੇ ਆਪ ਨੂੰ ਛੁਡਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਦਿਓਰ ਮੈਨੂੰ ਕਮਰੇ ਵੱਲ ਖਿੱਚਣ ਲੱਗਾ। ਮੈਂ ਡਰ ਗਈ ਸੀ ਤੇ ਹੁਣ ਮੈਂ ਉਸ ਨੂੰ ਕਹਿ ਰਹੀ ਸੀ ਕਿ ਤੇਰਾ ਭਰਾ ਤੇਰੇ ਨਾਲ ਨਾਰਾਜ਼ ਹੋਵੇਗਾ ਜੇਕਰ ਉਸਨੇ ਤੈਨੂੰ ਮੇਰੇ ਨਾਲ ਦੁਰਵਿਵਹਾਰ ਕਰਦੇ ਹੋਏ ਵੇਖ ਲਿਆ ਤਾਂ। ਪਰ ਉਸਨੇ ਮੇਰੀ ਇੱਕ ਨਾ ਸੁਣੀ। ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ ਤੇ ਮੇਰੇ ਇੱਕ ਥੱਪੜ ਮਾਰਿਆ। ਇਹ ਥੱਪੜ ਇਸ ਲਈ ਹੈ ਕਿਉਂਕਿ ਤੁਸੀਂ ਹਮੇਸ਼ਾ ਭਰਾ ਨੂੰ ਧੋਖਾ ਦਿੱਤਾ ਹੈ। ਉਹ ਗੁੱਸੇ ਨਾਲ ਲਾਲ ਹੋ ਗਿਆ ਸੀ। ਮੈਂ ਬਹੁਤ ਹੈਰਾਨ ਹੋ ਗਈ ਸੀ। ਫਿਰ ਉਸਨੇ ਇੱਕ ਫਾਈਲ ਚੁੱਕ ਕੇ ਮੇਰੇ ਸਾਹਮਣੇ ਸੁੱਟ ਦਿੱਤੀ। ਤੁਸੀਂ ਜੋ ਸਰਕਾਰ ਤੋਂ ਛੁਪਾ ਕੇ ਕੰਮ ਕਰ ਰਹੇ ਸੀ ਉਸ ਕਾਰੋਬਾਰ ਬਾਰੇ ਸਾਰੀ ਜਾਣਕਾਰੀ ਇਸ ਫਾਈਲ ਵਿੱਚ ਹੈ। ਤੁਹਾਨੂੰ ਜੋ ਵੀ ਟੈਕਸ ਹੈ ਉਹ ਦੇਣਾ ਪਵੇਗਾ। ਮੈਨੂੰ ਸਮਝ ਨਹੀਂ ਆਈ ਕਿ ਉਹ ਕੀ ਕਹਿ ਰਿਹਾ ਹੈ ਤੇ ਇਹ ਵੇਖੋ ਮੈਂ ਇੱਕ ਇਨਕਮ ਟੈਕਸ ਅਫਸਰ ਹਾਂ। ਮੈਨੂੰ ਪਤਾ ਹੈ ਤੁਸੀਂ ਇੱਕ ਜਾਇਜ਼ ਕਾਰੋਬਾਰ ਕਰਦੇ ਹੋ ਪਰ ਗਲਤ ਤਰੀਕੇ ਨਾਲ ਕਰ ਰਹੀ ਹੈ। ਇਸ ਤੋਂ ਪਹਿਲਾਂ ਕਿ ਇਨਕਮ ਟੈਕਸ ਵਾਲੇ ਤੁਹਾਨੂੰ ਲੈ ਕੇ ਜਾਣ, ਪੂਰਾ ਟੈਕਸ ਚੁੱਪਚਾਪ ਅਦਾ ਕਰ ਦਿਓ। ਉਸਨੇ ਮੈਨੂੰ ਆਪਣਾ ਕਾਰਡ ਵਿਖਾਇਆ ਤੇ ਮੈਂ ਹੈਰਾਨ ਰਹਿ ਗਈ। ਉਹ ਸੱਚਮੁੱਚ ਅਫਸਰ ਬਣ ਗਿਆ ਸੀ। ਉਹ ਇੰਨੇ ਲੰਮੇ ਸਮੇਂ ਤੋਂ ਘਰੋਂ ਗਾਇਬ ਸੀ ਕਿਉਂਕਿ ਉਹ ਟ੍ਰੇਨਿੰਗ ਤੇ ਗਿਆ ਹੋਇਆ ਸੀ ਤੇ ਇਸ ਫਾਈਲ ਵਿੱਚ ਉਹ ਸਾਰੇ ਪੈਸੇ ਲਿਖੇ ਜੋ ਤੁਸੀਂ ਮੇਰੇ ਨਾਮ ਤੇ ਭਰਾ ਤੋਂ ਲਏ ਸੀ। ਉਹ ਅੱਜ ਤੁਹਾਨੂੰ ਸਾਰੇ ਮੈਨੂੰ ਦੇਣੇ ਪੈਣਗੇ। ਮੈਂ ਖਾਲੀ ਨਜ਼ਰਾਂ ਨਾਲ ਆਪਣੇ ਦਿਓਰ ਵੱਲ ਦੇਖ ਰਹੀ ਸੀ। ਪਤਾ ਨਹੀਂ ਉਸ ਨੂੰ ਮੇਰੇ ਕਾਰੋਬਾਰ ਬਾਰੇ ਕਿਵੇਂ ਪਤਾ ਲੱਗਾ। ਹਾਲਾਂਕਿ ਮੈਂ ਸਾਰਾ ਕੰਮ ਬੜੀ ਸਮਝਦਾਰੀ ਨਾਲ ਕੀਤਾ ਸੀ। ਤੁਸੀਂ ਜਾਣਦੇ ਹੋ, ਜਦੋਂ ਤੁਸੀਂ ਪਹਿਲੀ ਵਾਰ ਇਸ ਘਰ ਵਿੱਚ ਆਏ ਸੀ ਤਾਂ ਮੈਂ ਤੁਹਾਨੂੰ ਭਾਬੀ ਨਹੀਂ ਮਾਂ ਸਮਝਿਆ ਸੀ। ਮੈਂ ਪਿਆਰ ਦਾ ਭੁੱਖਾ ਬੱਚਾ ਸੀ। ਮੈਂ ਥੱਕ ਗਿਆ ਸੀ ਆਪਣੇ ਨਾਜ਼ੁਕ ਹੱਥਾਂ ਨਾਲ ਕੰਮ ਕਰਕੇ। ਪਰ ਤੁਸੀਂ ਕੀ ਕੀਤਾ? ਮੈਨੂੰ ਨੌਕਰ ਬਣਾ ਦਿੱਤਾ। ਦਿਓਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਸਿਰ ਝੁਕਾ ਲਿਆ। ਮੈਨੂੰ ਪਤਾ ਸੀ ਜੇ ਮੈਂ ਇਨਕਾਰ ਕਰਾਂਗਾ ਤਾਂ ਤੁਸੀਂ ਮੇਰੇ ਨਾਲ ਨਫ਼ਰਤ ਕਰੋਗੇ ਤੇ ਮੇਰੇ ਭਰਾ ਨੂੰ ਮੇਰੇ ਵਿਰੁੱਧ ਕਰ ਦੇਵੋਗੇ। ਇਸ ਲਈ ਮੈਂ ਚੁੱਪਚਾਪ ਤੁਹਾਡੀ ਹਰ ਗੱਲ ਮੰਨਦਾ ਰਿਹਾ ਸੀ। ਇਹ ਕਿਹੋ ਜਿਹਾ ਸ਼ੀਸ਼ਾ ਦਿਖਾ ਰਿਹਾ ਸੀ? ਅੱਜ ਇਉਂ ਲੱਗ ਰਿਹਾ ਸੀ ਜਿਵੇਂ ਮੈਂ ਜ਼ਮੀਨ ਵਿੱਚ ਧੱਸ ਜਾਵਾਂਗੀ। ਜੇ ਤੁਸੀਂ ਚਾਹੁੰਦੇ ਤਾਂ ਤੁਸੀਂ ਨੌਕਰਾਣੀ ਰੱਖ ਸਕਦੇ ਸੀ ਪਰ ਨਹੀਂ, ਤੁਹਾਨੂੰ ਸਭ ਕੁਝ ਮੁਫਤ ਵਿੱਚ ਮਿਲ ਰਿਹਾ ਸੀ। ਖੈਰ ਇਹ ਸਮਾਂ ਇਹਨਾਂ ਗੱਲਾਂ ਦਾ ਨਹੀਂ ਹੈ। ਮੇਰੇ ਦਫ਼ਤਰ ਦੇ ਲੋਕਾਂ ਨੇ ਮੈਨੂੰ ਇਹ ਫਾਈਲ ਦਿੱਤੀ ਹੈ।
ਉਹ ਤੁਹਾਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਹਨ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਂ ਤੁਹਾਨੂੰ ਗ੍ਰਿਫਤਾਰ ਕਰਾਂਗਾ ਕਿਉਂਕਿ ਮੈਂ ਤੁਹਾਡੇ ਕਾਰਨ ਆਪਣੇ ਭਰਾ ਦੀ ਬਦਨਾਮੀ ਨਹੀਂ ਹੋਣ ਦਿਆਂਗਾ। ਇਹ ਸੁਣ ਕੇ ਮੈਂ ਉੱਚੀ ਉੱਚੀ ਰੋਣ ਲੱਗ ਪਈ। ਪਤਾ ਨਹੀਂ ਕਿਉਂ ਮੈਂ ਪੱਥਰ ਦਿਲ ਬਣ ਗਈ ਸੀ। ਮੇਰੇ ਅੰਦਰ ਲਾਲਚ ਆ ਗਿਆ ਸੀ। ਮੈਂ ਆਪਣੀ ਦੋਸਤ ਦੀ ਸਲਾਹ ਤੇ ਆਪਣੇ ਪਤੀ ਤੋਂ ਚੋਰੀ ਇੱਕ ਕਾਰੋਬਾਰ ਸ਼ੁਰੂ ਕੀਤਾ ਸੀ ਜਿਸ ਵਿੱਚ ਨੰਬਰ 2 ਦਾ ਲੈਣ ਦੇਣ ਕਰਦੀ ਸੀ। ਇਸ ਤਰ੍ਹਾਂ ਸਰਕਾਰ ਦਾ ਟੈਕਸ ਹੜੱਪ ਲੈਂਦੀ ਸੀ। ਪਰ ਮੈਂ ਜਾਣਦੀ ਸੀ ਇਹ ਗਲਤ ਹੈ, ਪਰ ਲਾਲਚ ਨੇ ਮੈਨੂੰ ਅੰਨਾ ਕਰ ਦਿੱਤਾ ਸੀ। ਹੁਣ ਸਮਾਂ ਸੀ ਕਿ ਮੈਂ ਪੂਰਾ ਟੈਕਸ ਅਦਾ ਕਰਕੇ ਆਪਣੇ ਦਿਓਰ ਤੋਂ ਵੀ ਮਾਫੀ ਮੰਗ ਲਵਾਂ। ਮੈਂ ਇਸੇ ਤਰ੍ਹਾਂ ਕੀਤਾ। ਦਿਓਰ ਦੀ ਇਹੀ ਮਿਹਰਬਾਨੀ ਸੀ ਕਿ ਉਸਨੇ ਮੇਰੇ ਪਤੀ ਦੇ ਸਾਹਮਣੇ ਮੇਰੀ ਇੱਜ਼ਤ ਰੱਖ ਲਈ ਸੀ ਤੇ ਫਿਰ ਉਸ ਦਿਨ ਤੋਂ ਮੈਂ ਸੁਧਰ ਗਈ। ਪੈਸਾ ਆਮ ਗੱਲ ਸੀ, ਅਸਲ ਗੱਲ ਰਿਸ਼ਤਿਆਂ ਦੀ ਸੀ ਜੋ ਮੈਂ ਹੁਣ ਗਵਾਉਣਾ ਨਹੀਂ ਚਾਹੁੰਦੀ ਸੀ, ਨਾ ਆਪਣੇ ਪਤੀ ਨੂੰ ਨਾ ਭਰਾ ਵਰਗੇ ਦਿਓਰ ਨੂੰ। ਦੋਸਤੋ, ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਧੰਨਵਾਦ ਜੀ ਸਾਰਿਆਂ ਦਾ।